ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਯਾਦਗਾਰੀ ਗੇਟ ਦਾ ਕੀਤਾ ਗਿਆ ਉਦਘਾਟਨ। ਕਾਂਗਰਸ ਨੇ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਚੁਣਿਆ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ। ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਦਿੱਤਾ ਬਿਆਨ। ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਉਪਰੰਤ ਜਥੇਬੰਦੀ ਦੇ ਪ੍ਰਧਾਨ ਬਣੇ ਭਾਈ ਅੰਮ੍ਰਿਤਪਾਲ ਸਿੰਘ ਨੇ ਬਾਘਾ ਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ ਬੁੱਧ ਸਿੰਘ ਵਾਲਾ ਵਿਖੇ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਯਾਦਗਾਰੀ ਗੇਟ ਦਾ ਉਦਘਾਟਨ ਕੀਤਾ। ਇਸ ਮੌਕੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ। ਖਾਲਿਸਤਾਨ ਲਹਿਰ ਦੇ ਮਰਹੂਮ ਆਗੂ ਗੁਰਜੰਟ ਸਿੰਘ ਦੇ ਪਿੰਡ ਬੁੱਧ ਸਿੰਘ ਵਾਲਾ 'ਚ ਸਥਾਪਿਤ ਸਮੂਹ ਸ਼ਹੀਦਾਂ ਨੂੰ ਸਮਰਪਿਤ ਯਾਦਗਾਰੀ ਗੇਟ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਇਲਾਵਾ ਦੀਪ ਸਿੱਧੂ ਸਮੇਤ ਕਈ ਮਰਹੂਮ ਸਿੱਖ ਆਗੂਆਂ ਦੀਆਂ ਤਸਵੀਰਾਂ ਹਨ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਮੌਕੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਅਤੇ ਦੀਪ ਸਿੱਧੂ ਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਬਣੇ ਯਾਦਗਾਰੀ ਗੇਟ ਸਮਾਰਕ ਦਾ ਉਦਘਾਟਨ ਵੀ ਕੀਤਾ ਗਿਆ ਹੈ। ਉਹਨਾਂ ਅਜਨਾਲਾ ਪੁਲਿਸ ਵੱਲੋਂ ਉਹਨਾਂ ਤੇ ਹੋਰਨਾਂ ਖਿਲਾਫ ਦਰਜ ਕੀਤੀ ਗਈ FIR ਸੰਬੰਧੀ ਕਿਹਾ ਕਿ ਪੁਲਿਸ ਉਹਨਾਂ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕਰਨੋਂ ਨਹੀਂ ਹਟਦੀ। ਉਹਨਾਂ ਕਿਹਾ ਕਿ ਜੇਕਰ ਗ੍ਰਿਫਤਾਰ ਕੀਤੇ ਗਏ ਸਿੰਘਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਉਹ ਸੰਗਤ ਨਾਲ ਵਿਚਾਰ ਵਟਾਂਦਰਾ ਕਰਕੇ ਅਗਲੀ ਰਣਨੀਤੀ ਤਿਆਰ ਕਰਨਗੇ। ਇਹ ਗੁਲਾਮੀ ਦੀ ਇੰਤਹਾ ਵੇਖੋ ਖਾਲਸਾ ਜੀ, ਆਪਣੀ ਧਰਤੀ ਤੇ ਗੁਰੂ ਰਾਮਦਾਸ 에ਅਰਪੋਰਟ ਦੇ ਉੱਤੇ ਅੰਮ੍ਰਿਤਸਰ ਦੀ ਧਰਤੀ ਜਿੱਥੇ ਸਿੱਖਾਂ ਨੇ ਮਣਾ ਮਣੀ ਲਹੂ ਡੋਲਿਆ, ਉਸ ਧਰਤੀ ਦਾ ਕੋਈ ਪੁੱਤਰ ਆਵੇ ਤੇ ਉਹਨੂੰ ਇਹ ਪੁੱਛਿਆ ਜਾਂਦਾ ਵੀ ਇੱਥੇ ਆ ਕੇ ਕਰਨਾ ਕੀ ਹੈ ਤੁਸੀਂ। ਮੈਂ ਦੱਸਿਆ, ਮੈਂ ਕਿਹਾ ਪਹਿਲਾਂ ਤੇ ਆਪ ਭਟਕਿਆ, ਸਤਿਗੁਰ ਅੱਗੇ ਅਰਦਾਸ ਕਰਨੀ ਹੈ ਵੀ ਆਪਣੇ ਲੇਖੇ ਆਪਣੇ ਚਰਨਾਂ 'ਚ ਲਾ ਲਿਓ, ਖੰਡੇ ਬਾਟੇ ਦੀ ਪੌਲ ਬਖਸ਼ੋ। ਫਿਰ ਨੌਜਵਾਨਾਂ ਨੂੰ ਅਪੀਲ ਕਰਨੀ ਹੈ ਵੀ ਨੌਜਵਾਨੋ ਇਹ ਮੌਤ ਨਾ ਮਰੀਏ। ਇਹ ਮੇਰਾ ਤੁਹਾਨੂੰ ਵਾਸਤਾ ਜੇ, ਮੈਂ ਤੁਹਾਡਾ ਵੱਡਾ ਭਰਾ ਵਾਂ, ਤੁਹਾਡਾ ਛੋਟਾ ਭਰਾ ਵਾਂ, ਮੇਰਾ ਤੁਹਾਨੂੰ ਇਹ ਵਾਸਤਾ ਹੈ ਵੀ ਆਪਾਂ ਇਹ ਮੌਤ ਨਾ ਮਰੀਏ। ਜੇ ਮੌਤ ਮਰਨ ਦਾ ਚਾਹ ਹੈ ਤੇ ਫਿਰ ਧਰਮ ਯੁੱਧ ਦੇ ਵਿੱਚ ਮਰਨਾ ਹੈ। ਅਵਰ ਵਾਸਨਾ ਨਾਏ ਪ੍ਰਭ ਧਰਮ ਯੁੱਧ ਕੇ ਚਾਹੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਕੋਈ ਵਾਸਨਾ ਨਹੀਂ, ਕੋਈ ਚਾਹਤ ਨਹੀਂ, ਇੱਕੋ ਇੱਕ ਚਾਹਤ ਹੈ ਧਰਮ ਦਾ ਯੁੱਧ ਛਿੜਿਆ ਹੋਵੇ ਤੇ ਅਸੀਂ ਭੱਜ ਕੇ ਜਾਨਾਂ ਵਾਰੀਏ। ਨੌਜਵਾਨੋ ਜੇ ਮਰਨਾ ਹੈ ਤੇ ਇਹ ਕੋਈ ਮੌਤ ਹੈ ਨਾੜ 'ਚ ਟੀਕਾ ਲਾ ਕੇ ਮਰ ਜਾਣਾ? ਇਹ ਕੋਈ ਮੌਤ ਹੈ ਵੀ ਗੱਡੀ ਤੇਜ਼ ਭਜਾਲੀ ਦੇ ਐਕਸੀਡੈਂਟ 'ਚ ਮਾਰੇ ਗਏ? ਇਹ ਕੋਈ ਮੌਤ ਹੈ ਵੀ ਕਿਸੇ ਪਿੱਛੇ ਦੁਖੀ ਹੋ ਕੇ ਜ਼ਹਿਰ ਖਾ ਕੇ ਮਰ ਗਏ? ਜੇ ਮਰਨਾ ਹੈ ਤੇ ਬੰਦ ਕੱਟ ਕੇ ਵੀ ਮਰੀਦਾ, ਪਰ ਉਹਦੇ 'ਚ ਵੀ ਆਨੰਦ ਹੈ। ਤੁਸੀਂ ਦੱਸੋ, ਭਾਈ ਮਤੀ ਦਾਸ ਨੂੰ ਆਨੰਦ ਨਹੀਂ ਮਿਲਿਆ? ਭਾਈ ਸਤੀ ਦਾਸ ਨੂੰ ਆਨੰਦ ਨਹੀਂ ਮਿਲਿਆ? ਬੰਦ ਕਟਾਉਣ ਵਾਲੇ ਸਿੱਖਾਂ ਨੂੰ ਆਨੰਦ ਨਹੀਂ ਮਿਲਿਆ? ਆਨੰਦ ਸਾਨੂੰ ਨਹੀਂ ਮਿਲਦਾ। ਅੱਜ ਭਾਵੇਂ ਜਿਉਂਦੇ ਆ, ਸਾਨੂੰ ਆਨੰਦ ਨਹੀਂ। ਅੱਜ ਕੌਮ ਥਾਂ ਤੇ ਮੋਰਚਿਆਂ 'ਚ ਖੱਜਲ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਸਾਡੇ ਕੋਲ ਕੌਮੀ ਘਰ ਨਹੀਂ। ਜਿਹੜਾ ਕੰਮ ਇੱਕ ਹਿੰਦੂ ਦਾ ਬਿਨਾਂ ਆਵਾਜ਼ ਕੀਤੇ ਬਿਨਾਂ ਬੋਲੇ ਪੂਰਾ ਹੋ ਜਾਂਦਾ, ਸਾਨੂੰ ਨੱਕ ਨਾਲ ਲਕੀਰਾਂ ਕੱਢਣੀਆਂ ਪੈਂਦੀਆਂ। ਜਿਨ੍ਹਾਂ ਨੂੰ ਸੂਬੇ ਬੈਠੇ ਬਿਠਾਇਆ ਮਿਲ ਗਏ, ਸਾਡੇ ਪੁਰਖਿਆਂ ਨੇ 15 ਸਾਲ ਕੋਈ ਜੇਲ੍ਹ ਨਹੀਂ ਛੱਡੀ। ਸਾਡੇ ਨਿੱਕੇ ਬੱਚੇ ਕਤਲ ਹੋਏ ਇੱਕ ਸੂਬਾ ਲੈਣ ਵਾਸਤੇ। ਰਾਜਧਾਨੀਆਂ ਸਾਡੇ ਕੋਲ ਫਿਰ ਗੋਲੀਆਂ। ਸੋ ਇਸ ਕਰਕੇ ਗੁਲਾਮੀ ਹੈ। ਇਹਨੂੰ ਜੇ ਪਛਾਣਨਾ ਤਾਂ ਵੀ ਠੀਕ ਹੈ, ਜੇ ਨਹੀਂ ਪਛਾਣਨਾ ਤਾਂ ਵੀ ਠੀਕ ਹੈ। ਕਬੂਤਰਾਂ ਵਾਂਗੂ ਅੱਖਾਂ ਮੀਟ ਲਓ ਤੇ ਪਰ ਇਹ ਗੁਲਾਮੀ ਨੇ ਛੱਡਣਾ ਕਿਸੇ ਨੂੰ ਨਹੀਂ। ਕੋਈ ਕਾਂਗਰਸੀ ਸਿੱਖ ਬਣ ਜਾਏ, ਕੋਈ ਕਾਲੀ ਸਿੱਖ ਬਣ ਜਾਏ, ਕੋਈ ਝਾੜੂ ਵਾਲਾ ਸਿੱਖ ਬਣ ਜਾਏ, ਕੋਈ ਮਿਸ਼ਨਰੀ ਬਣ ਜਾਏ, ਕੋਈ ਟਕਸਾਲੀ ਬਣ ਜਾਏ, ਅੰਤ ਨੂੰ ਇਸ ਗੁਲਾਮੀ ਦੇ ਦੈਂਤ ਨੇ ਸਭ ਨੂੰ ਖਾ ਜਾਣਾ। ਤੇ ਜੇ ਅੱਜ ਇਕੱਠੇ ਹੋ ਕੇ ਕੇਵਲ ਸਿੱਖ ਬਣੀਏ, ਜੇ ਅੱਜ ਇਕੱਠੇ ਹੋ ਕੇ ਕੇਵਲ ਇਹ ਬਚਨ ਕਰੀਏ ਵੀ ਅਸੀਂ ਇਸ ਗੁਲਾਮੀ ਦੇ ਜੀਵਨ ਤੋਂ ਮੌਤ ਨੂੰ ਬਿਹਤਰ ਸਮਝਦੇ ਹਾਂ, ਤੇ ਆਉਣ ਵਾਲੇ ਸਮਾਂ 'ਚ ਸਤਿਗੁਰ ਕਿਰਪਾ ਕਰਨ ਸਾਡੀਆਂ ਨਸਲਾਂ, ਅਸੀਂ ਰਾਜ ਨਹੀਂ ਭੋਗਣਾ, ਨਾ ਭੋਗਣ ਦੀ ਇੱਛਾ ਹੈ। ਅਸੀਂ ਚਾਹੁੰਦੇ ਹਾਂ ਸਾਡੀਆਂ ਨਸਲਾਂ ਉਹ ਖਵਾਰੀ ਨਾ ਚੱਲਣ ਜਿਹੜੀ ਅਸੀਂ ਚੱਲੀਏ। ਅਸੀਂ ਨਹੀਂ ਚਾਹੁੰਦੇ ਸਾਡੀਆਂ ਨਸਲਾਂ, ਸਾਡੇ ਸ਼ਹੀਦਾਂ ਨੂੰ ਕੋਈ ਅੱਤਵਾਦੀ ਕਵੇ ਤੇ ਉਹਨਾਂ ਨੂੰ ਸੁਣਨਾ ਪਵੇ। ਅਸੀਂ ਨਹੀਂ ਚਾਹੁੰਦੇ ਸਾਡੀਆਂ ਨਸਲਾਂ ਦੀਆਂ ਕਿਤਾਬਾਂ ਦੇ ਵਿੱਚ ਸਾਡੇ ਗੁਰੂਆਂ ਨੂੰ, ਸ਼ਹੀਦਾਂ ਨੂੰ ਮੰਦਾ ਬੋਲਿਆ ਜਾਵੇ ਤੇ ਸਿੱਖਾਂ ਨੂੰ ਧਰਨੇ ਲਾਉਣੇ ਪੈਣ। ਜੇ ਚਾਹੁੰਦੇ ਆ ਤੇ ਭੈਣੋ ਭਰਾਵਾਂ ਨੂੰ ਕਹੋ ਵੀ ਉੱਠੋ ਵੀਰ ਜਵਾਨੋ ਵੇ, ਪੰਥ ਨੂੰ ਲੋੜ ਸਿਰਾਂ ਦੀ ਪੈ ਗਈ। ਇਹ ਮੌਕਾ ਕਿਹੜਾ ਲੱਭਦੇ ਆਪਾਂ? ਪਰਚੇ ਝੂਠੇ ਹੋਣ, ਨੌਜਵਾਨ ਚੁੱਕ ਕੇ ਜੇਲ੍ਹਾਂ 'ਚ ਸੁੱਟੇ ਜਾਣ ਤੇ ਅਸੀਂ ਅਜੇ ਮੌਕਿਆਂ ਦੀ ਭਾਲ 'ਚ ਵੀ ਸੰਘਰਸ਼ ਸ਼ੁਰੂ ਹੋਇਆ। ਸਾਡੇ ਨੌਜਵਾਨ ਗੋਲੀਆਂ ਨਾਲ ਮਾਰ ਦਿੱਤੇ ਗਏ। ਦਿੱਲੀ ਦੇ ਬਾਰਡਰਾਂ ਤੇ ਕਿੰਨੇ ਮਾਰ ਦਿੱਤੇ, ਗੋਲੀਆਂ ਨਾਲ ਸ਼ਹੀਦ ਕੀਤੇ, ਜਵਾਪਾ ਲਾ ਕੇ ਜੇਲ੍ਹਾਂ 'ਚ ਸੁੱਟੇ, ਕਿਤਾਬਾਂ ਰੱਖਣ ਤੇ ਉਮਰ ਕੈਦਾਂ ਕੀਤੀਆਂ। ਸਾਨੂੰ ਹੋਸ਼ ਕਦੋਂ ਆਉਣੀ ਹੈ? ਉਦੋਂ ਹੋਸ਼ ਆਉਣੀ ਹੈ ਜਦੋਂ ਸਾਡਾ ਕੋਈ ਧੀ ਪੋਤੇ 'ਚ ਆ ਗਏ। ਤੇ ਧੀ ਪੁੱਤਰ ਅਸੀਂ ਸਾਰੇ ਕਹਿੰਦੇ ਆ, ਕਲਗੀਆਂ ਵਾਲੇ ਦੇ ਪੁੱਤਰ ਆ, ਜਿਨੇ ਆਪਣਾ ਵੰਸ਼ ਅੰਸ਼ ਤੋੜ ਕੇ ਗੱਲ ਕਹੀ ਸੀ ਸਰਬੰਸ ਵਾਰ ਕੇ ਵੀ ਇਹ ਮੇਰਾ ਅੰਸ਼ ਬੰਸਿਆ।
ਤੇ ਜਿਨ੍ਹਾਂ ਨੂੰ ਅੰਸ-ਬੰਸ ਕਿਹਾ ਉਹਨਾਂ ਦੀਆਂ 1500 ਵੱਖ-ਵੱਖ ਜਥੇਬੰਦੀਆਂ ਤੇ 1500 ਪਾਸੇ ਨੂੰ ਵੱਖ-ਵੱਖ ਮੂੰਹ ਹੈ। ਕੋਈ ਕਿਸੇ ਪਾਸੇ ਨੂੰ ਤੁਰਿਆ ਫਿਰਦਾ, ਕੋਈ ਕਿਸੇ ਪਾਸੇ ਨੂੰ। ਮੈਂ ਅੱਜ ਇਹ ਸਟੇਜ ਤੋਂ ਐਲਾਨ ਕਰਦਾ, ਕੋਈ ਸਿੱਖ ਪੰਥਕ ਜਥੇਬੰਦੀ ਮੇਰੀ ਧੌਣ ਵੀ ਵੜ ਦੇਵੇ, ਮੈਂ ਉਹਦੀ ਮੁਖਾਲਫਤ ਨਹੀਂ ਕਰਦਾ। ਇਥੋਂ ਮੈਂ ਕੁਝ ਇਕੱਠਾ ਕਰਕੇ ਨਹੀਂ ਖਾਣਾ ਨਾ ਮੈਂ ਕੋਈ ਜਦਾਦ ਬਣਾਉਣੀ ਹੈ। ਇਹ ਲੇਖਾ ਪਰ ਉਦੋਂ ਹੀ ਹੋਣਾ ਜਦੋਂ ਮੈਂ ਸੰਸਾਰ ਤੋਂ ਤੁਰ ਗਿਆ। ਮੈਂ ਨਹੀਂ ਕਹਿਣਾ ਵੀ ਤੁਸੀਂ ਮੇਰਾ ਸਾਥ ਦਿਓ, ਦੇ ਤੁਸੀਂ ਬਥੇਰਾ ਰਹੇ ਜੋ, ਸੰਗਤ ਤੋਂ ਮੈਨੂੰ ਕੋਈ ਗਲਾ ਨਹੀਂ। ਜਿੰਨਾ ਪ੍ਰੇਮ ਮੇਰੇ ਖਿਆਲ ਨਾਲ ਸੰਗਤ ਨੇ ਮੈਨੂੰ ਦਿੱਤਾ ਪਿਛਲੇ 20-25 ਸਾਲਾਂ 'ਚ ਕਿਸੇ ਆਗੂ ਨੂੰ ਇੰਨਾ ਪ੍ਰੇਮ ਨਹੀਂ ਸੰਗਤ ਨੇ ਦਿੱਤਾ। ਮੈਂ ਆਗੂ ਵੀ ਨਹੀਂ ਖਵਾਉਂਦਾ, ਮੈਂ ਤੁਹਾਡਾ ਭਰਾ ਆ ਛੋਟਾ। ਮੈਂ ਇੱਕੋ ਬੇਨਤੀ ਕਰਦਾ, ਨੌਜਵਾਨੋ, ਮੈਨੂੰ ਮਾੜਾ ਬੋਲੋ ਚੰਗਾ ਬੋਲੋ, ਪਰ ਆ ਨਸ਼ਿਆਂ ਦਾ ਕੋੜ ਛੱਡ ਦਿਓ। ਅੱਜ ਉਸ ਮਹਾਨ ਸਿੱਖ ਦੀ ਬਰਸੀ ਤੇ ਆਏ ਆ, ਅੱਜ ਉਸ ਮਹਾਨ ਸੂਰਮੇ ਦੇ ਪਿੰਡ ਆਏ ਆ। ਇਹ ਵਚਨ ਕਰੋ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਵੀ ਜਿਹੜੀਆਂ ਬਜਰ ਕਰਾਤਾਂ ਸਿੱਖੀ 'ਚ ਲਿਖੀਆਂ, ਜਿਹੜਾ ਸਤਿਗੁਰ ਨੇ ਕਿਹਾ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਨਸ਼ੇ ਨਹੀਂ ਕਰਨੇ, ਇਹ ਸਾਰਾ ਕੁਝ ਬੰਦ ਕਰਕੇ ਖੰਡੇ ਬਾਟੇ ਦੀ ਪੌਲ ਛਕਣੀ। ਜਿਨ੍ਹਾਂ ਅੱਜ ਛਕੀ ਹੈ ਉਹਨਾਂ ਨੂੰ ਪੁੱਛੋ, ਉਹ ਸਤਿਗੁਰ ਦੇ ਸਨਮੁਖ ਹੋ ਕੇ ਆਏ ਨੇ। ਉਹਨਾਂ 5 ਪਿਆਰਿਆਂ 'ਚ ਕਲਗੀ ਵਾਲੇ ਨੂੰ ਵੇਖਿਆ, ਕਲਗੀ ਵਾਲੇ ਨੇ ਪੁੱਛਿਆ, ਪੁੱਤਰੋ ਜੇ ਧਰਮ ਦੀ ਖਾਤਰ ਧਰਮ ਯੁੱਧ 'ਚ ਸੀਸ ਵਾਰਨਾ ਪਿਆ ਵਾਰੋਗੇ? ਉਹ ਅੰਦਰ ਕਹਿ ਕੇ ਆਏ ਨੇ ਵੀ ਵਾਰਾਂਗੇ ਤੇ ਵਾਰਨਗੇ। ਜਿਹੜੇ ਸੀਸ ਵਾਰਨ ਦੇ ਚਾਹਵਾਨ ਨੇ, ਜਿਹੜੇ ਪੰਜਾਬ ਲਈ ਮਰ ਮਿਟਣ ਦਾ ਦਾਅਵਾ ਕਰਦੇ ਨੇ, ਉਹਨਾਂ ਨੂੰ ਪਹਿਲਾਂ ਆਪਣਾ ਸੀਸ ਕਲਗੀਆਂ ਵਾਲੇ ਦੇ ਚਰਨਾਂ 'ਚ ਵਾਰਨਾ ਪੈਣਾ। ਮਰੇ ਨੂੰ ਕੋਈ ਨਹੀਂ ਮਾਰ ਸਕਦਾ। ਜੇ ਮੌਤ ਦਾ ਭੈ ਖਤਮ ਕਰਨਾ ਤੇ ਚਲੋ ਪਹਿਲਾਂ ਕਲਗੀਆਂ ਵਾਲੇ ਦੇ ਚਰਨਾਂ 'ਚ ਮਰੀਏ, ਪਹਿਲਾਂ ਆਪਣਾ ਸੀਸ ਵੱਢ ਕੇ ਉਹਦੇ ਚਰਨਾਂ 'ਚ ਸੁੱਟੀਏ। ਤੇ ਜਿਹਦਾ ਸੀਸ ਕਲਗੀਆਂ ਵਾਲੇ ਕੋਲ ਚਲ ਗਿਆ, ਉਹਨੂੰ ਨਾ ਮੌਤ ਡਰਾਵੇ, ਨਾ ਭੁੱਖ ਸਤਾਵੇ, ਉਹਨੂੰ ਨਾ ਕੋਈ ਕੋਲ ਕਾਲ ਕੋਠੀ ਡਰਾ ਸਕਦੀ, ਨਾ ਕੋਈ ਜੇਲ੍ਹ, ਨਾ ਕੋਈ ਗੋਲੀ, ਨਾ ਤੋਪ, ਨਾ ਟੈਂਕ। ਕਾਂਗਰਸ ਪਾਰਟੀ ਨੇ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਸਿਆਸੀ ਪੁਸ਼ਤ ਪਨਾਹੀ ਅਤੇ ਤਰੱਕੀ ਦਿੰਦੇ ਹੋਏ 올 ਇੰਡੀਆ ਕਾਂਗਰਸ ਕਮੇਟੀ 'ਚ ਮੈਂਬਰ ਚੁਣ ਲਿਆ ਹੈ। ਕਾਂਗਰਸ ਦੇ ਇਸ ਫੈਸਲੇ ਦਾ ਸਿੱਖ ਸੰਗਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਅਤੇ ਜਾਗੋ ਪਾਰਟੀ ਆਗੂ ਮਨਜੀਤ ਸਿੰਘ ਜੀਕੇ ਨੇ ਵੀ ਕਾਂਗਰਸ ਦੇ ਇਸ ਫੈਸਲੇ ਨੂੰ ਸਿੱਖ ਵਿਰੋਧੀ ਦੱਸਿਆ ਹੈ। ਸਰਦਾਰ ਮਨਜੀਤ ਸਿੰਘ ਜੀਕੇ ਨੇ ਰਾਹੁਲ ਗਾਂਧੀ ਨੂੰ ਸਵਾਲ ਵੀ ਪੁੱਛਿਆ ਹੈ ਕਿ ਕੀ ਟਾਈਟਲਰ ਕਾਂਗਰਸ ਦਾ ਪੋਸਟਰ ਬੋਏ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਾਂਗਰਸ ਦੀ ਹਾਈ ਕਮਾਂਡ ਨੇ, ਰਾਹੁਲ ਔਰ ਸੋਨੀਆ ਗਾਂਧੀ ਦੀ ਕਾਂਗਰਸ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰਸ ਦੀ ਲਿਸਟ ਕੱਢੀ ਹੈ AICC ਨੇ 2023 ਦੀ। ਔਰ ਕਮਾਲ ਦੀ ਗੱਲ ਇਹ ਹੈ ਕਿ ਇਹਦੇ ਵਿੱਚ 13ਵੇਂ ਨੰਬਰ ਤੇ, ਜੇ ਤੁਸੀਂ ਧਿਆਨ ਨਾਲ ਦੇਖੋ, 13ਵੇਂ ਨੰਬਰ ਤੇ ਮੈਂ ਹਾਈਲਾਈਟ ਕੀਤਾ ਹੋਇਆ ਜਗਦੀਸ਼ ਟਾਈਟਲਰ ਦਾ ਨਾਮ ਹੈ। ਮੈਂ ਇੱਕ ਵਾਰੀ ਇਸ ਨੂੰ ਫੇਰ ਕਲੀਅਰ ਕਰਕੇ ਦਿਖਾ ਦਵਾਂ ਕਿ 13ਵੇਂ ਨੰਬਰ ਤੇ ਜਗਦੀਸ਼ ਟਾਈਟਲਰ ਦਾ ਨਾਮ ਹੈ। ਮੈਂ ਸਮਝਦਾ ਕਿ ਇਹ ਕਾਂਗਰਸ ਜਿਹੜੀ ਰਾਹੁਲ ਗਾਂਧੀ ਨੇ ਏਡੀ ਲੰਬੀ ਭਾਰਤ ਜੋੜੋ ਯਾਤਰਾ ਕੱਢੀ ਹੈ ਕਿ ਇਹ ਭਾਰਤ ਜੋੜੇਗਾ, ਇਹਦਾ ਪੋਸਟਰ ਬॉय ਹੋਏਗਾ। ਇਹਦੇ 'ਚ ਜਗਦੀਸ਼ ਟਾਈਟਲਰ ਜਿਹੜਾ ਹਜ਼ਾਰਾਂ ਸਿੱਖਾਂ ਦੇ ਕਤਲਾਂ ਦੇ ਵਿੱਚ ਇਨਵੋਲਵ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਾਂਗਰਸ ਆਪਣੀ ਮਾਨਸਿਕਤਾ ਤੋਂ ਬਾਹਰ ਕਿਉਂ ਨਹੀਂ ਨਿਕਲਦੀ। ਤਾਂ ਇਹ ਕਾਰਨ ਹੈ ਕਿ ਤੁਸੀਂ ਹਾਸ਼ੀਏ ਤੇ ਆਉਂਦੇ ਪਏ ਹੋ, ਤੁਸੀਂ ਸਟੇਟ ਵਾਈਜ਼ ਸਟੇਟ ਹਾਰਦੇ ਪਏ ਹੋ। ਔਰ ਮੈਨੂੰ ਲੱਗਦਾ ਤੁਹਾਡੀ ਇਹਨਾਂ ਹਰਕਤਾਂ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਈ ਖਤਰਾ ਤੁਸੀਂ ਪੈਦਾ ਨਹੀਂ ਕਰ ਸਕਦੇ। 2024 ਚ ਮੋਦੀ ਜ਼ਰੂਰ ਆਏਗਾ, ਕਿਉਂਕਿ ਤੁਸੀਂ ਇਹੋ ਜਿਹੇ ਕਾਤਲਾਂ ਨੂੰ ਪੋਸਟਰ ਬॉय ਆਪਣਾ ਬਣਾ ਰਹੇ ਹੋ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਜਗਦੀਸ਼ ਟਾਈਟਲਰ ਕੋ ਤੁਹਾਡੇ ਪਰਿਵਾਰ ਦੇ ਕੋਈ ਐਸੇ ਰਾਜ਼ ਨੇ ਜਿਹੜੇ ਇਸ ਤੋਂ ਡਰਦੇ ਹੋ? ਇਹ ਮਰਿਆ ਹੋਇਆ ਸੱਪ ਹੈ। ਇੱਕ ਗੱਲ ਸਮਝ ਲੈਣਾ, ਇਹ ਸਿੱਖ ਕੌਮ ਕਦੀ ਇਸ ਨੂੰ ਨਹੀਂ ਛੱਡੇਗੀ। ਮੈਂ ਤੇ ਖਾਸ ਤੌਰ ਤੇ ਇਹਦੇ ਉੱਤੇ ਇਹਦਾ ਸਟਿੰਗ ਵੀ ਜਮ੍ਹਾਂ ਕਰਾਇਆ ਹੋਇਆ ਔਰ CBI ਨੂੰ ਮੈਂ ਦੁਬਾਰਾ ਤੋਂ ਅਪਰੋਚ ਕਰਾਂਗਾ। ਔਰ ਜਿਹੜੀਆਂ ਇਨਵੈਸਟੀਗੇਸ਼ਨ ਅਥਾਰਟੀਜ਼ ਨੇ ਜਾਂ ਏਜੰਸੀਜ਼ ਨੇ, ਉਹਨਾਂ ਨੂੰ ਮੈਂ ਕਹਿ ਕੇ ਇਸ ਦੇ ਕੇਸ ਦੀ ਪੈਰਵਾਈ ਜਿਹੜੀ ਮੈਂ ਕਰਦਾ ਪਿਆ ਉਸ ਨੂੰ ਹੋਰ ਸੰਜੀਦਾ ਕਰਨ ਦੀ ਲੋੜ ਹੈ। ਔਰ ਅਗਰ ਮੈਨੂੰ ਦੁਬਾਰਾ ਕੋਰਟ 'ਚ ਜਾਣਾ ਪਿਆ, ਮੈਂ ਇਸ ਵਾਸਤੇ ਕੋਰਟ 'ਚ ਜ਼ਰੂਰ ਜਾਵਾਂਗਾ। ਰਾਹੁਲ ਔਰ ਸੋਨੀਆ, ਇਹ ਸੁਣ ਲਓ ਤੁਸੀਂ ਕਿ ਤੁਸੀਂ ਇਸ ਨੂੰ ਬਚਾ ਨਹੀਂ ਸਕਦੇ। ਮੈਨੂੰ ਨਹੀਂ ਪਤਾ ਰਾਜੀਵ ਗਾਂਧੀ ਦੇ ਜਾਂ ਤੁਹਾਡੇ ਪਰਿਵਾਰ ਦੇ ਕਿਹੜੇ ਰਾਜ਼ ਇਹਨਾਂ ਕੋਲ ਨੇ, ਲੇਕਿਨ ਇਹ ਕੌਮ ਕਦੀ ਡਰੀ ਨਹੀਂ, ਕਦੀ ਝੁਕੀ ਨਹੀਂ, ਕਦੀ ਪਿੱਛੇ ਨਹੀਂ ਹਟੀ। ਇਹ ਅੰਦਰ ਜ਼ਰੂਰ ਜਾਏਗਾ। ਔਰ ਮੈਂ ਇਹ ਸਮਝਦਾ ਵਾਂ ਕਿ ਜੇ ਤੁਸੀਂ ਭਾਰਤ ਜੋੜਨ ਦੀ ਗੱਲ ਕਰਦੇ ਪਏ ਹੋ, ਦੇਸ਼ ਜੋੜਨ ਦੀ ਗੱਲ ਕਰਦੇ ਪਏ ਹੋ, ਮੇਰਾ ਖਿਆਲ ਹੈ ਕਿ ਤੁਹਾਡੀ ਕਰਨੀ ਔਰ ਤੁਹਾਡੀ ਕਥਨੀ ਦੇ ਵਿੱਚ ਫਰਕ ਹੈ।
ਤੁਹਾਡੀ ਜਿਹੜੀ ਕਰਨੀ ਹੈ ਉਹ ਨਜ਼ਰ ਆ ਰਹੀ ਹੈ ਕਿ ਤੁਹਾਡੀ ਕਥਨੀ ਉਸ ਤੇ ਮੇਲ ਨਹੀਂ ਖਾ ਰਹੀ। ਔਰ ਫਿਕਰ ਨਾ ਕਰੇ, AICC ਦੀ ਟੋਟਲ ਟੀਮ ਜਿਹੜੀ ਨਵੀਂ ਚੁਣੀ ਹੈ, ਜਗਦੀਸ਼ ਟਾਈਟਨ ਨੂੰ ਵਿੱਚ ਬਿਠਾਓ, ਲੇਕਿਨ ਅਸੀਂ ਇਸ ਨੂੰ ਸਲਾਖਾਂ ਦੇ ਪਿੱਛੇ ਬਿਠਾਵਾਂਗੇ, ਆਉਣ ਵਾਲਾ ਸਮਾਂ ਦੱਸੇਗਾ। ਇੱਕ ਵਾਰੀ ਫੇਰ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਅੱਜ ਸਾਹਮਣੇ ਆਇਆ। 1984 ਦੇ ਦੋਸ਼ੀ, 1984 ਦੇ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲ ਨੂੰ ਇੱਕ ਵਾਰੀ ਫੇਰ ਕਾਂਗਰਸ ਕਮੇਟੀ ਦਿੱਲੀ ਪ੍ਰਦੇਸ਼ ਵੱਲੋਂ ਡੈਲੀਗੇਟ ਦੇ ਅਹੁਦੇ ਦੇ ਨਾਲ ਨਵਾਜਿਆ ਗਿਆ ਹੈ। ਇੱਕ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ CBI ਵੱਲੋਂ ਜਗਦੀਸ਼ ਟਾਈਟਲ ਦੇ ਖਿਲਾਫ ਕੇਸ ਜਿਹੜਾ 1984 ਦਾ ਉਹ ਲੜਿਆ ਜਾ ਰਿਹਾ, ਔਰ ਦੂਸਰੇ ਪਾਸੇ ਉਸ ਨੂੰ ਕਾਂਗਰਸ ਵੱਲੋਂ ਬਾਰ-ਬਾਰ ਅਹੁਦਿਆਂ ਦੇ ਨਾਲ ਨਵਾਜਿਆ ਜਾ ਰਿਹਾ ਹੈ। ਕਾਰਨ ਇਹ ਹੈ ਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਅਹੁਦੇ ਦੇ ਕੇ ਇਹ ਸ਼ੋਅ ਕੀਤਾ ਜਾਏ ਔਰ ਉਸ ਨੂੰ ਬਚਾਇਆ ਜਾ ਸਕੇ। ਦੂਸਰੇ ਪਾਸੇ ਕਾਂਗਰਸ ਦਾ ਜੋ ਸਿੱਖ ਵਿਰੋਧੀ ਚਿਹਰਾ ਹੈ ਉਹ ਬਾਰ-ਬਾਰ ਸਾਹਮਣੇ ਆਉਂਦਾ ਹੈ। ਐਸੀ ਕੀ ਮਜਬੂਰੀ ਹੈ ਕਾਂਗਰਸ ਦੀ ਕਿ ਜਗਦੀਸ਼ ਟਾਈਟਲ ਨੂੰ ਅਹੁਦਿਆਂ ਦੇ ਨਾਲ ਨਵਾਜਣਾ ਹੈ? ਐਸੀ ਕਿਹੜੀ ਉਹਦਾ ਚਿਹਰਾ ਹੈ? ਐਸਾ ਕੀ ਉਸਨੇ ਕੰਮ ਕੀਤਾ ਹੈ? ਲੇਕਿਨ ਗੱਲ ਸਿਰਫ ਇਹ ਹੈ ਕਿਉਂਕਿ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ ਹੈ, ਉਸ ਨੂੰ 1984 ਦਾ ਇਨਸਾਫ ਨਾ ਮਿਲੇ, ਇਸ ਕਰਕੇ ਉਸ ਨੂੰ ਅਹੁਦੇ ਦੇਣੇ ਆ। ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਸ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ, ਵਿਰੋਧ ਕਰਦੇ ਹਾਂ, ਔਰ ਜਿਹੜੇ ਕੇਸ ਹੈ ਉਹਨਾਂ ਦੇ ਵਿੱਚ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਜਗਦੀਸ਼ ਟਾਈਟਲ ਸਲਾਖਾਂ ਦੇ ਪਿੱਛੇ ਜਾਏ ਔਰ ਇਹ ਕਾਂਗਰਸ ਦਾ ਜੋ ਚਿਹਰਾ ਹੈ ਜਿਹੜਾ ਕਿ ਪਹਿਲਾਂ ਹੀ ਕਈ ਵਾਰ ਨੰਗਾ ਹੋ ਚੁੱਕਾ, ਫਿਰ ਨੰਗਾ ਕਰਾਂਗੇ। ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਬਿਆਨ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਅੱਜ ਪੇਸ਼ੀ ਲਈ ਆਏ ਭਾਈ ਬਲਵੰਤ ਸਿੰਘ ਰਾਜੋਆਣਾ ਤੋਂ ਜਦੋਂ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਸਵਾਲ ਪੁੱਛੇ ਗਏ ਤਾਂ ਉਹਨਾਂ ਵੱਲੋਂ ਮੋਰਚੇ ਨੂੰ ਲੈ ਕੇ ਅਤੇ ਮੋਰਚੇ ਦੀ ਅਗਵਾਈ ਕਰ ਰਹੇ ਬਾਪੂ ਗੁਰਚਰਨ ਸਿੰਘ ਬਾਰੇ ਇਹ ਬਿਆਨ ਦਿੱਤਾ ਗਿਆ। ਕੌਮੀ ਇਨਸਾਫ ਮੋਰਚੇ ਦੇ ਬਾਰੇ ਕੀ ਕਹਿਣਾ ਚਾਹੋਗੇ? ਮੋਰਚੇ ਬਾਰੇ ਸਾਡੇ ਘਰ ਦੇ ਸਪਸ਼ਟ ਕਰ ਚੁੱਕਿਆ, ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਮੋਰਚੇ ਵਿੱਚ ਬੈਠੇ ਅਮਰ ਸਿੰਘ ਚਾਲ ਬਾਪੂ ਆ ਉਹ ਬੋਲਿਆ ਬਾਪੂ ਗੁਰਚਰਨ ਸਿੰਘ, ਹਾਂਜੀ ਹਾਂਜੀ, ਉਹਨਾਂ ਨੇ ਮੇਰੇ ਖਿਲਾਫ ਬਹੁਤ ਘਟੀਆ ਬਿਆਨਬਾਜ਼ੀ ਕੀਤੀ ਆ ਜੀ ਕੀ ਕਹਿਣਾ ਚਾਹੁੰਦੇ ਭਾਈ ਸਾਹਿਬ? ਮੋਰਚੇ ਬਾਰੇ ਸਾਡੇ ਘਰ ਦੇ ਸਪਸ਼ਟ ਕਰ ਚੁੱਕਿਆ, ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਮੋਰਚੇ ਵਿੱਚ ਬੈਠੇ ਅਮਰ ਸਿੰਘ ਚਾਲ ਬਾਪੂ ਆ ਉਹ ਬੋਲਿਆ ਬਾਪੂ ਗੁਰਚਰਨ ਸਿੰਘ, ਹਾਂਜੀ ਹਾਂਜੀ, ਉਹਨਾਂ ਨੇ ਮੇਰੇ ਖਿਲਾਫ ਬਹੁਤ ਘਟੀਆ ਬਿਆਨਬਾਜ਼ੀ ਕੀਤੀ ਆ ਜੀ ਕੀ ਕਹਿਣਾ ਚਾਹੁੰਦੇ ਭਾਈ ਸਾਹਿਬ? ਕਿਸਾਨ ਅੰਦੋਲਨ ਦੌਰਾਨ ਸਰਗਰਮ ਰਹੇ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਬਾਘਾ ਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ ਬੁੱਧ ਸਿੰਘ ਵਾਲਾ ਵਿਖੇ ਸਮਾਗਮ ਕਰਵਾਏ ਗਏ, ਜਿਸ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਦੁਆਰਾ ਯਾਦਗਾਰੀ ਗੇਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ। ਸਰਦਾਰ ਮਨਦੀਪ ਸਿੰਘ ਨੇ ਇਸ ਮੌਕੇ ਦੀਪ ਸਿੱਧੂ ਦੀਆਂ ਗੱਲਾਂ ਯਾਦ ਕਰਾਉਂਦੇ ਹੋਏ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਜਦੋਂ ਗੱਲ ਪੰਥ ਦੀ ਆਵੇ ਤਾਂ ਇਕਜੁੱਟ ਹੋ ਜਾਣਾ ਚਾਹੀਦਾ ਹੈ, ਕਿਉਂਕਿ ਵਿਚਾਰਕ ਮਤਭੇਦ ਪੰਥ ਤੋਂ ਵੱਧ ਕੇ ਨਹੀਂ ਹੋ ਸਕਦੇ। ਅੱਜ ਆਪਾਂ ਇੱਥੇ ਪਿੰਡ ਬੁੱਧ ਸਿੰਘ ਵਾਲੇ ਭਾਈ ਸਾਹਿਬ ਕੌਮ ਦੇ ਜਰਨੈਲ ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦੇ ਤੇ ਬਾਈ ਦੀਪ ਸਿੱਧੂ ਦੀ ਯਾਦ ਵਿੱਚ ਇਹ ਰੱਖੇ ਸਮਾਗਮ ਵਿੱਚ ਇਕੱਠੇ ਹੋਏ ਆ। ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਆਪਣੇ ਯੋਧਿਆਂ ਨੂੰ, ਆਪਣੇ ਸ਼ਹੀਦਾਂ ਨੂੰ ਯਾਦ ਕਰਨ ਦਾ। ਇਹਦੇ ਨਾਲ ਆਪਾਂ ਆਪਣੇ ਕੌਮ ਨੂੰ, ਪੰਥ ਨੂੰ, ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਯਾਦ ਦਿਵਾਉਂਦੇ ਆ ਵੀ ਆਪਣੀ ਕੌਮ 'ਚ ਇੰਨੇ ਮਹਾਨ ਯੋਧੇ ਤੇ ਸ਼ਹੀਦ ਹੋਏ ਆ। ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਣੀ ਕੌਮ ਨੂੰ ਜ਼ਿੰਦਾ ਰੱਖਿਆ ਤੇ ਆਪਾਂ ਨੂੰ ਸਿਰ ਚੱਕ ਕੇ ਜਿਉਣ ਲਈ ਇੱਥੇ ਸਾਰਿਆਂ ਨੂੰ ਇਕੱਠਿਆਂ ਕੀਤਾ। ਜੇ ਅੱਜ ਦੀ ਆਪਾਂ ਗੱਲ ਕਰੀਏ, ਸਭ ਤੋਂ ਜ਼ਰੂਰੀ ਗੱਲ ਆਪਾਂ ਨੂੰ ਆਪਣੇ ਦੁਸ਼ਮਣ ਪਛਾਣਨੇ ਪੈਣੇ ਆ। ਆਪਣੇ ਦੁਸ਼ਮਣ ਉਹ ਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਉਹਨਾਂ ਦੇ ਅੰਗਾਂ ਨੂੰ ਗਲੀਆਂ ਵਿੱਚ ਰੋਲਿਆ ਤੇ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਸੀ।
ਆਪਣੇ ਦੁਸ਼ਮਣ ਉਹ ਆ ਜਿਨ੍ਹਾਂ ਨੇ ਆਪਣੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਤੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹਾਂ ਵਿੱਚ ਹੀ ਰੱਖਿਆ ਜਾ ਰਿਹਾ ਹੈਗਾ। ਆਪਾਂ ਨੂੰ ਇਕੱਠਿਆਂ ਹੋ ਕੇ ਆਪਣੇ ਦੁਸ਼ਮਣ ਪਛਾਣਨੇ ਪੈਣੇ ਆ ਤੇ ਉਹਨਾਂ ਦੇ ਉਲਟ ਇਕਜੁੱਟ ਹੋ ਕੇ ਲੜਨਾ ਪੈਣਾਗਾ। ਆਪਣੀ ਆਪਣਿਆਂ ਨਾਲ ਕੋਈ ਲੜਾਈ ਨਹੀਂ ਗੀ, ਗੁੱਸੇ ਗਿਲੇ ਹੁੰਦੇ ਆ। ਉਹ ਵੀ ਪੰਥ ਦੇ ਤੇ ਕੌਮ ਦੇ ਕਾਰਜਾਂ ਸਾਹਮਣੇ ਬਹੁਤ ਛੋਟੇ ਹੋ ਜਾਂਦੇ ਆ। ਸਭ ਤੋਂ ਉੱਤੇ ਆਪਣਾ ਪੰਥ ਆ ਜਿਹੜਾ ਕਿ ਆਪਾਂ ਨੂੰ ਗੁਰੂ ਮਹਾਰਾਜ ਨੇ ਥਾਪਿਆ। ਆਪਾਂ ਸਾਰਿਆਂ ਨੂੰ ਇਕੱਠਿਆਂ ਹੋਣਾ ਪਊਗਾ। ਬਾਈ ਦੀਪ ਵੀ ਇਹੀ ਕਹਿੰਦਾ ਹੁੰਦਾ ਸੀ ਵੀ ਆਪਾਂ ਨੂੰ ਆਪਣੇ ਨਿੱਜੀ ਹਿੱਤ ਛੱਡ ਕੇ ਪੰਥ ਪ੍ਰਤੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਿਆਂ ਹੋਣਾ ਪੈਣਾ, ਤਾਂ ਹੀ ਆਪਾਂ ਆਪਣੀ ਹੋਂਦ ਨੂੰ ਬਚਾ ਸਕਾਂਗੇ। ਤੇ ਜਿਹੜਾ ਅੱਜ ਇਹ ਨਗਰ ਵਿਖੇ ਜਥੇਦਾਰ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਿਆਂ ਦੇ ਪਿੰਡ ਵਿੱਚ, ਇਹਨਾਂ ਦਾ ਸਾਡੇ ਪਰਿਵਾਰ ਨਾਲ ਬਹੁਤ ਹੀ ਪੁਰਾਣਾ ਨਾਤਾ ਰਿਹਾ ਹੈਗਾ ਤੇ ਮੈਂ ਇਹ ਭਾਰੀ ਇਕੱਠ ਨੂੰ ਬਹੁਤ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਆਪਣੇ ਯੋਧਿਆਂ ਪਿੱਛੇ, ਆਪਣੇ ਸ਼ਹੀਦਾਂ ਪਿੱਛੇ ਆਪਣੇ ਸਾਰੇ ਕੰਮਕਾਰ ਛੱਡ ਕੇ ਇੱਥੇ ਹਾਜ਼ਰੀ ਭਰਨ ਦੀ ਟਾਈਮ ਲਾਇਆਗਾ। ਇਹੀ ਆਪਾਂ ਆਪਣੇ ਬੱਚਿਆਂ 'ਚ, ਆਪਣੀ ਆਉਣ ਵਾਲੀਆਂ ਪੀੜ੍ਹੀਆਂ 'ਚ ਵੀ ਇਹੀ ਜਜ਼ਬਾ ਭਰਨਾ ਵੀ ਆਪਾਂ ਗੁਰੂ ਦੇ ਲੜ ਲੱਗੀਏ। ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਗੁਰੂ ਦੇ ਲੜ ਲੱਗਣਾ ਆਪਾਂ ਨੂੰ ਸਭ ਤੋਂ ਵੱਧ ਜ਼ਰੂਰੀ ਆ। ਆਪਾਂ ਗੁਰੂ ਦੇ ਲੜ ਲੱਗ ਕੇ ਹੀ ਜਿਹੜੀਆਂ ਔਕੜਾਂ ਆਪਣੇ ਮੂਹਰੇ ਆਉਣੀਆਂ ਆਪਾਂ ਉਹਨਾਂ ਨਾਲ ਲੜ ਸਕਦੇ ਹਾਂ। ਤੇ ਮੈਂ ਸਾਰੀ ਟੀਮ ਦਾ, ਜਿਨ੍ਹਾਂ ਨੇ ਬਾਈ ਦੀਪ ਤੇ ਜਥੇਦਾਰ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਿਆਂ ਦੇ ਨਾਮ ਤੇ ਇੱਕ ਗੇਟ ਉਸਾਰਿਆ ਗਾ, ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ। ਇਹ ਛੋਟੇ-ਛੋਟੇ ਕਾਰਜ ਹੀ ਹੁੰਦੇ ਆ ਜਿਨ੍ਹਾਂ ਨਾਲ ਆਪਾਂ ਆਪਣੇ ਯੋਧਿਆਂ ਨੂੰ, ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਆ। ਤੇ ਮੈਂ ਸਾਰੀ ਨਗਰ ਦੀ, ਗੁਰਦੁਆਰਾ ਸਾਹਿਬ ਦੀ ਤੇ ਇਹ ਜਿਹੜਾ ਸਮਾਗਮ ਉਲੀਕਿਆ ਇਹਦੀ ਮੈਨੇਜਿੰਗ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਟਾਈਮ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਦਲ ਪਰਿਵਾਰ ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਦਲ ਪਰਿਵਾਰ ਸੱਤਾ ਵਿੱਚ ਸੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਕਰ ਸਕਦਾ ਸੀ, ਉਦੋਂ ਉਨ੍ਹਾਂ ਨੇ ਕੁਝ ਨਹੀਂ ਕੀਤਾ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਦਸਤਖਤੀ ਮੁਹਿੰਮ 'ਚ ਭਾਗ ਲੈਂਦਿਆਂ ਦਸਤਖਤ ਕਰਕੇ ਦਿਖਾਵਾ ਕਰ ਰਹੇ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖਤੀ ਮੁਹਿੰਮ ਚਲਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਤੇ ਅਕਾਲੀ ਦਲ ਨੇ ਜਿਹੜੇ ਬੰਦੀ ਸਿੰਘ ਨੇ ਵੱਖ-ਵੱਖ ਰਾਜਾਂ ਦੀ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ। ਜਿਹੜੇ ਕਾਨੂੰਨ ਨੇ ਸਜ਼ਾ ਦਿੱਤੀ ਹੈ ਉਸੇ ਕਾਨੂੰਨ, ਉਹੀ ਕਾਨੂੰਨ ਛੱਡ ਵੀ ਸਕਦਾ ਹੈ। ਉਹਦੇ ਵਾਸਤੇ ਸਮੇਂ-ਸਮੇਂ ਤੇ ਜਿਹੜਾ ਮੰਗ ਉੱਠਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਨੇ बादल क्या ने, प्रकाश सिंह बादल, अकाली दल बादल ने दस्खत मुहिम शुरू की है कि उन्होंने इंसाफ मिलना चाहिए, दस्खत करो। कल परसों अखबार च पढ़ता सी, कहते प्रकाश सिंह बादल ने भी दस्खत करते। ਉਹ ਮੈਂ ਕਿਹਾ ਜਦੋਂ ਤੇਰੇ ਦਸਖਤਾਂ ਦੀ ਕੀਮਤ ਪੈਂਦੀ ਸੀ, ਮੁੱਲ ਪੈਂਦਾ ਸੀ, ਉਦੋਂ ਤਾਂ ਕੀਤੇ ਨਹੀਂ, ਹੁਣ ਤਾਂ ਮੈਂ ਪੈਰਾਂ ਦੇ ਗੂਠੇ ਲਾ ਦੇ, ਹੁਣ ਕੀ ਕੌਣ ਪੁੱਛਦਾ ਦਸਖਤਾਂ ਨੂੰ। ਉਹ ਜਦੋਂ ਦਸਖਤਾਂ ਦੀ ਵੈਲਿਊ ਸੀ, ਜਦੋਂ ਵਾਜਪਾਈ ਦੇ ਨਾਲ ਸਾਂਝ ਸੀ, ਉੱਥੇ ਮੰਤਰੀ ਸੀ ਤੁਹਾਡਾ ਮੁੰਡਾ, ਉਦੋਂ ਤੁਸੀਂ ਸੈਂਟਰ ਨੂੰ ਕਹਿ ਕੇ ਉਹਨਾਂ ਰਾਜਾਂ ਦੇ ਪ੍ਰਤੀ ਲਿਖ ਸਕਦੇ ਸੀ, ਉਹਨਾਂ ਰਾਜਾਂ ਨੂੰ ਸੈਂਟਰ ਦੇ ਥਰੂ, ਸੈਂਟਰ ਤੋਂ ਲਿਖਵਾ ਸਕਦੇ ਸੀ। ਹੁਣ ਜਦੋਂ ਦਸਖਤਾਂ ਦੀ ਕੋਈ ਮੁੱਲ ਨਹੀਂ ਰਿਹਾ, ਤੁਸੀਂ ਦੱਸੋ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਦਸਖਤਾਂ ਦਾ ਮੁੱਲ ਹੈ ਕੋਈ? ਜਿੱਥੇ ਮਰਜ਼ੀ ਕਰਾ ਲਓ ਤਾਂ ਹੁਣ
ਇਹਨੂੰ ਕਹਿੰਦੇ ਆ ਵੇਲੇ ਦੇ ਕੰਮ ਕਵੇਲੇ ਦੀਆਂ ਟੱਕਰਾਂ। ਜਿਹੜੇ ਡਿਸੀਜਨ ਲੈਣੇ ਸੀ ਉਦੋਂ ਲਏ ਨਹੀਂ, ਹੁਣ ਹੱਕ 'ਚ। ਕਿਸਾਨਾਂ ਦੇ ਤਿੰਨੇ ਕਾਨੂੰਨ ਆਪ ਬੈਠੀ ਸੀ ਹਰਸਿਮਰਤ ਕੌਰ ਕੈਬਨਿਟ ਦੇ ਵਿੱਚ, ਜਦੋਂ ਤਿੰਨੇ ਕਾਨੂੰਨਾਂ ਨੂੰ ਪ੍ਰਵਾਨਗੀ ਦਿੱਤੀ ਹੈ। ਪੂਰਾ 2 ਮਹੀਨੇ ਸਾਰਾ ਟੱਬਰ ਬਾਦਲ ਕਾ ਇਹ ਸਾਬਤ ਕਰਨ ਤੇ ਲਾਈ ਗਿਆ ਬਹੁਤ ਵਧੀਆ ਕਾਨੂੰਨ ਨੇ, ਨਾ ਐਮਐਸਪੀ ਨੂੰ ਕੋਈ ਖਤਰਾ ਨਹੀਂ। ਤੋਮਰ ਵੀ ਇੱਥੇ ਬੁਲਾ ਲਿਆ, ਪ੍ਰੈਸ ਕਾਨਫਰੰਸ ਕਰਾ ਲਈ। ਇਹ ਤਾਂ ਉਹੀ ਜੁਨੀਆਂ ਨਾਲ ਮਾਰੀ ਜਾਂਦੀਆਂ ਨੇ ਗੱਲਾਂ। ਹੋਰ ਤਾਂ ਹੋਰ ਕੁਝ ਕੁਦਰਤ ਹੈ, ਨਾ ਕੋਈ ਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਜਾਂਦੇ ਹੋਏ ਵੱਡੇ ਬਾਦਲ ਦੀ ਵੀਡੀਓ ਵੀ ਪਵਾਤੀ, ਬਹੁਤ ਵਧੀਆ ਨੇ ਕਾਨੂੰਨ ਇਹ। ਹੁਣ ਵੀਡੀਓ ਤਾਂ ਨਹੀਂ ਡਿਲੀਟ ਹੁੰਦੀ। ਜਦੋਂ ਪਤਾ ਲੱਗਿਆ ਕਿ ਲੋਕ ਜਿਹੜੇ ਉੱਠ ਕੇ ਖੜੇ ਹੋ ਗਏ ਇਹਨਾਂ ਕਾਨੂੰਨਾਂ ਦੇ ਵਿਰੁੱਧ, ਉਦੋਂ ਅਸਤੀਫਾ ਦੇਤਾ। ਫੇਰ ਵੇਲੇ ਦੇ ਕੰਮ ਕਵੇਲੇ ਦੀਆਂ ਟੱਕਰਾਂ। ਉਦੋਂ ਕਹਿੰਦੇ ਅਸੀਂ ਇੱਧਰ ਆ, ਲੋਕ ਕਹਿੰਦੇ ਹੁਣ ਨਹੀਂ ਇੱਧਰ, ਹੁਣ ਨਹੀਂ ਜਾਣਾ।